ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਚਾਰਕ ਚੇਤਨਾ ਸਥਾਨ ਦੇ ਸਾਰੇ ਗੁਰਮੁਖ ਵਿਦਵਾਨਾਂ ਨੂੰ ਦਾਸ ਮਨਜੀਤ ਸਿੰਘ ਦੀ ਗੁਰਫਤਿਹ ਪ੍ਰਵਾਨ ਹੋਵੇ ਜੀ। ਆਓ ਪਿਆਰਿਓ, ਅੱਜ ਦੀ ਜੋ ਵਿਚਾਰ ਹੈ, ਕਥਾ ਹੈ, ਉਸ ਨਾਲ ਸਾਂਝ ਪਾਈਏ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗੁਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਬਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਮਹੱਲਾ ਪਹਿਲਾ। ਲਿਖ ਲਿਖ ਪੜ੍ਹਿਆ ਤੇਤਾ ਖੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ। ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਹੁਵੇ ਜੀਆ ਆਪਣਾ ਕੀਆ। ਅੰਨ ਨ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ। ਬਸਤਰ ਨ ਪਹਿਰੈ ਅਹਨਿਸ ਕਾਹਰੈ, ਮੌਨ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ। ਪਗ ਉਪੇਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ। ਮੂਰਖ ਅੰਧੈ ਪਤ ਗਵਾਈ, ਵਿਣ ਨਾਵੈ ਕਿਛ ਥਾਇ ਨ ਪਾਈ। ਰਹਿ ਬੇਬਾਣੀ ਮੜੀ ਮਸਾਣੀ, ਅੰਧ ਨ ਜਾਣੈ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰਿ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਿਹ ਕੇਵਲ। ਹਉਮੈ ਸ਼ਬਦ ਜੁਲਾਏ, ਆਸ ਅੰਦੇਸੇ ਤੇ ਨਿਹ ਕੇਵਲ। ਹਉਮੈ ਸ਼ਬਦ ਜੁਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਵਿਦਵਾਨ ਸੱਜਣ ਗੁਰਮੁਖ ਜਨ, ਆਓ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਲੋਕ ਦੀ ਵਿਚਾਰ ਨਾਲ ਜੁੜਨਾ ਕਰੀਏ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇਸ ਸਮੂਚਲੇ ਸ਼ਬਦ ਅੰਦਰ ਇੱਕ ਸਿਧਾਂਤ ਰੱਖਿਆ, ਤੇ ਉਹ ਸਿਧਾਂਤ ਇਹ ਕਹਿੰਦਾ ਹੈ ਕਿ ਵਾਹਿਗੁਰੂ ਪਰਮਾਤਮਾ ਨੂੰ, ਉਸ ਦੇ ਆਨੰਦ ਨੂੰ, ਉਸ ਦੀ ਖੁਮਾਰੀ ਨੂੰ, ਸਹਿਜ ਨੂੰ ਮੰਨਣ ਦੇ ਵਾਸਤੇ ਕੋਈ ਮਨੁੱਖ ਤੀਰਥਾਂ ਵਿੱਚ ਡੁਬਕੀਆਂ ਲਾ ਰਿਹਾ ਹੈ, ਕੋਈ ਮਨੁੱਖ ਧਰਮ ਗ੍ਰੰਥਾਂ ਦੇ ਮਹਿੰਗੇ ਪ੍ਰਕਰਣਾਂ ਨੂੰ ਪੜ੍ਹਦਾ, ਲਿਖਦਾ, ਵਿਚਾਰਦਾ, ਕੋਈ ਧੂਣੀਆਂ ਤਾਰਿਆ, ਤੇ ਕੋਈ ਮਨੁੱਖ ਸਾਧਨਾ ਦੇ ਵਿੱਚ ਜੁਟਿਆ ਹੋਇਆ ਹੈ। ਭਾਵ ਕਿ ਕਰਮ ਕੋਈ ਵੀ ਕਰ ਲਿਆ ਜਾਏ, ਪਰ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਸਿਮਰਨ ਤੇ ਬੰਦਗੀ ਹੈ, ਜੇ ਉਹ ਨਹੀਂ, ਇਹ ਸਾਹਿਬ ਕਹਿੰਦੇ ਨੇ, ਆਸ ਅੰਦੇਸੇ ਤੇ ਨਿਹ ਕੇਵਲ। ਹਉਮੈ ਸ਼ਬਦ ਜਲਾਏ। ਭਾਵ
ਮਨੁੱਖ ਦੀਆਂ ਚਿੰਤਾ ਦੁੱਖ ਝੋਰੇ ਅਤੇ ਹੰਕਾਰ ਨੂੰ ਕੇਵਲ ਤਾਂ ਕੇਵਲ ਗੁਰੂ ਦਾ ਗਿਆਨ ਦੇ ਨਾਮ ਦੀ ਮਹਿਮਾ ਹੀ ਸ਼ਾਂਤ ਕਰ ਸਕਦੀ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਇੱਥੇ ਇਹ ਨਹੀਂ ਕਹਿ ਰਹੇ ਕਿ ਵਿੱਦਿਆ ਪੜ੍ਹਨੀ ਮਾੜੀ ਹੈ। ਨਹੀਂ, ਵਿੱਦਿਆ ਪੜ੍ਹਨੀ, ਵਿੱਦਿਆ ਨੂੰ ਅੱਜ ਦੇ ਯੁੱਗ ਵਿੱਚ ਤੀਜਾ ਨੇਤਰ ਆਖਿਆ ਗਿਆ। ਪੜ੍ਹੀ ਹੋਈ ਵਿੱਦਿਆ ਦੇ ਆਸਰੇ ਵਿਦਵਾਨ ਕੋਈ ਸਾਇੰਟਿਸਟ ਬਣ ਗਿਆ, ਵਿਗਿਆਨੀ ਬਣ ਗਿਆ, ਬੜੇ ਬੜੇ ਧਰਮ ਗ੍ਰੰਥ ਲਿਖੇ ਗਏ। ਅਸੀਂ ਉਹਦਾ ਪੜ੍ਹਨਾ ਲਿਖਣਾ ਵਿਚਾਰਨਾ ਇਹ ਸਭ ਵਿੱਦਿਆ ਦੇ ਗਿਆਨ ਕਰਕੇ ਹੀ ਹੈ। ਇਸ ਲਈ ਮਹਾਰਾਜ ਬਾਣੀ ਵਿੱਚ ਵੀ ਬਖਸ਼ਿਸ਼ ਕਰਦੇ ਨੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਨਾਨਕ ਆਖੇ ਰਾਹ ਇਹ, ਹੋਰ ਗੱਲਾਂ ਸ਼ੈਤਾਨ। ਮਹਾਰਾਜ ਨੇ ਤੱਤ ਸਰ ਇਹ ਰੱਖਿਆ ਕਿ ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾ ਹੀ ਨਾ। ਸਾਹਿਬ ਕਹਿੰਦੇ ਵਿੱਦਿਆ ਪੜ੍ਹਨੀ ਮਾੜੀ ਨਹੀਂ, ਪਰ ਵਿੱਦਿਆ ਪੜ੍ਹ ਕੇ ਆਪਣੇ ਨਾਮ ਦੇ ਨਾਲ ਵੇਦੀ, ਦਵੇਦੀ, ਤ੍ਰਿਵੇਦੀ, ਚਤੁਰਵੇਦੀ ਇਹ ਲਕਬ ਲਾ ਕੇ ਸੱਥਾਂ ਸਜਾਉਣੀਆਂ ਅਤੇ ਵਿੱਦਿਆ ਦੇ ਹੰਕਾਰ ਆਸਰੇ ਦੂਸਰਿਆਂ ਦੀ ਹੇਠੀ ਕਰਨ ਦੀ ਕੋਸ਼ਿਸ਼ ਕਰਨੀ। ਮਹਾਰਾਜ ਕਹਿੰਦੇ ਵਿੱਦਿਆ ਦਾ ਹੰਕਾਰ ਕਰਨਾ, ਅਸਲ ਵਿੱਚ ਇਹ ਵਿੱਦਿਆ ਮਨੁੱਖ ਨੂੰ ਆਤਮਿਕ ਮੌਤ ਮਾਰ ਦਿੰਦੀ ਹੈ। ਉਹ ਵਿੱਦਿਆ ਵੀ ਨੁਕਸਾਨਦੇਹ ਸਾਬਤ ਹੋ ਜਾਂਦੀ ਹੈ। ਤਾਂ ਸਾਹਿਬ ਕਹਿੰਦੇ ਅੱਖਰ ਪੜ੍ਹ ਪੜ੍ਹ ਭੁੱਲੀਐ, ਭੇਖੀ ਬਹੁਤ ਅਭਿਮਾਨ। ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ। ਮਹਾਰਾਜ ਕਹਿੰਦੇ ਨੇ ਅੱਖਰਾਂ ਦੇ ਵਿੱਚ ਲਿਖਿਆ ਜੋ ਗਿਆਨ ਹੈ ਉਸ ਨੂੰ ਭੁਲਾ ਕੇ ਕਈ ਤਰ੍ਹਾਂ ਦੇ ਭੇਖ ਧਾਰਨ ਕਰਦਾ, ਹੰਕਾਰ ਖੜਾ ਕਰ ਲੈਂਦਾ, ਉਸ 'ਤੇ ਤੀਰਥਾਂ 'ਤੇ ਭ੍ਰਮਣ ਕਰਦਾ, ਮਨ ਵਿੱਚ ਹੰਗਤਾ ਦੀ ਮੈਲ ਇਕੱਠੀ ਕਰ ਲੈਂਦਾ। ਭੇਖੀ ਹਾਥ ਨ ਲੱਭੀ ਤੀਰਥ ਨਹੀਂ ਦਾਨੈ, ਪੁੱਛੋ ਵੇਦ ਪੜ੍ਹੰਤਿਆਂ ਮੁੱਠੀ ਵਿਣ ਮਾਨੈ। ਸਾਹਿਬ ਕਹਿੰਦੇ ਨੇ ਥੋੜ੍ਹੇ ਜਿਹੇ ਵਿੱਦਿਆ ਤੇ ਹੰਕਾਰ ਤੇ ਜੀਵਨ ਮਨੁੱਖ ਆਪਣਾ ਤਬਾਹ ਕਰ ਲੈਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਜਦ ਤੱਕ ਮਨੁੱਖ ਦਾ ਮਨ ਵਿਣ ਮਨ ਮਾਰੇ, ਕੋਈ ਨਾ ਸੁਝੀ ਵੇਖੋ ਕੋ ਲਿਵਲਾਏ। ਭੇਖ ਧਾਰੀ ਤੀਰਥ ਭਵ ਥਕੇ, ਨਾ ਇਹ ਮਨ ਮਾਰਿਆ ਜਾਏ। ਤਾਂ ਸਾਹਿਬ ਕਹਿੰਦੇ ਮਨ ਵੀ ਇੰਜ ਜਿੱਤਿਆ ਨਹੀਂ ਜਾ ਸਕਦਾ। ਕਿਉਂ ਕਿ ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ੍ਹ ਥਕੇ, ਦੂਜੇ ਭਾਏ ਖੁਆਰ। ਤਾਂ ਮਹਾਰਾਜ ਪਾਤਸ਼ਾਹ ਜੀ ਜੀਵਨ ਦਾ ਤੱਤ ਨਿਰਣਾ, ਤੱਤ ਸਾਰ ਸਾਡੇ ਸਾਹਮਣੇ ਰੱਖਦੇ ਹੋਏ ਕਹਿੰਦੇ ਨੇ ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਜਿਤਨਾ ਕੋਈ ਮਨੁੱਖ ਪੜ੍ਹਦਾ ਹੈ ਅਤੇ ਪੜ੍ਹਾਈ ਦਾ ਵਿੱਦਿਆ ਦਾ ਹੰਕਾਰ ਕਰਦਾ ਹੈ ਅਤੇ ਇਹ ਗੱਲ ਜਾਣਦਾ ਹੋਇਆ ਵੀ ਉਹ ਤੇਤਾ ਕੜਿਆ, ਮਾਣ ਦੇ ਵਿੱਚ ਹੰਕਾਰ ਦੇ ਵਿੱਚ ਮਹਾਰਾਜ ਕਹਿੰਦੇ ਸੜਦਾ ਹੈ, ਅਤੇ ਉਹ ਮਨੁੱਖ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਚੜ੍ਹਦਾ। ਵਿੱਦਿਆ ਤਾਂ ਜ਼ਰੂਰੀ ਹੈ,
ਪਰ ਵਿਦਿਆ ਦੇ ਉੱਤੇ ਹੰਕਾਰ ਖੜਾ ਕਰ ਲੈਣਾ, ਇੱਕ ਇਸ ਨੂੰ ਆਤਮ ਘਾਤ ਆਖਿਆ ਜਾਂਦਾ ਹੈ। ਤਾਂ ਸਾਹਿਬ ਕਹਿੰਦੇ ਨੇ, ਬਹੁ ਤੀਰਥ ਭਵਿਆ ਤੇਤੂ ਲਵਿਆ। ਜਿਵੇਂ ਕਈ ਤੀਰਥਾਂ ਦੇ ਉੱਤੇ ਭੱਜੇ ਫਿਰਦੇ ਨੇ, ਭੱਜਾ ਫਿਰਦਾ, ਦੌੜਿਆ ਫਿਰਦਾ ਹੈ, ਉਹਨਾਂ ਥਾਵਾਂ 'ਤੇ ਫਿਰ ਕੇ ਤੇ ਫੇਰ ਤੇਤੂ ਲਵਿਆ, ਲੋਕਾਂ ਨੂੰ ਦੱਸਦਾ ਫਿਰਦਾ ਕਿ ਮੈਨੇ ਤੀਰਥਾਂ 'ਤੇ ਇਸ਼ਨਾਨ ਕਰਾਇਆ, ਇੰਨੀ ਯਾਤਰਾ ਕਰਾਇਆ, ਮੇਰੇ ਵਰਗਾ ਵੀ ਕੋਈ ਹੈ। ਹੰਕਾਰ ਹੀ ਇਕੱਠਾ ਕਰੀ ਜਾਂਦਾ ਹੈ। ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਕਿਸੇ ਨੇ ਸੰਸਾਰ ਨੂੰ ਖੁਸ਼ ਕਰਨ ਦੇ ਵਾਸਤੇ ਧਰਮ ਦੇ ਕਈ ਭੇਖ ਧਾਰਨ ਕੀਤੇ ਹੋਏ ਨੇ, ਤੇ ਕੋਈ ਮਨੁੱਖ ਸਰੀਰ ਨੂੰ ਜੰਗਲਾਂ ਵਿੱਚ ਜਾ ਕੇ ਕਸ਼ਟ ਦੇ ਰਿਹਾ ਹੈ। ਸਹੁ ਵੀ ਜੀਆ ਆਪਣਾ ਕੀਆ। ਉਸ ਨੂੰ ਵੀ ਇਹ ਭਾਵ ਕੇ ਕਹਿਣਾ ਜਾਪਦਾ ਹੈ ਕਿ ਆਪਣੇ ਕੀਤੇ ਜਿਹੜੇ ਦੁੱਖਾਂ ਨੂੰ ਸਹਾਰਨ ਦਾ ਭਾਵ ਇੱਕ ਭੇਖ ਧਾਰਨੇ, ਸਰੀਰ ਨੂੰ ਦੁੱਖ ਦੇਣੇ, ਰੱਬ ਨੂੰ ਇਹ ਸਾਰੇ ਹੀ ਵਿਸ਼ੇ ਕਰਮ ਕਾਂਡ ਕਬੂਲ ਨਹੀਂ ਹਨ। ਅੰਨ ਨਾ ਖਾਇਆ ਸਾਧ ਗਵਾਇਆ। ਕਿਸੇ ਮਨੁੱਖ ਨੇ ਅੰਨ ਛੱਡਿਆ ਹੋਇਆ, ਭੋਜਨ ਦਾ ਤਿਆਗੀ ਬਣਿਆ ਹੋਇਆ। ਭੋਜਨ ਦਾ ਤਿਆਗੀ ਤੇ ਹੋ ਸਕਦਾ ਹੈ, ਪਰ ਭੁੱਖ ਦਾ ਤਿਆਗੀ ਨਹੀਂ ਹੋ ਸਕਦਾ। ਕਿਸੇ ਮਨੁੱਖ ਨੇ ਇੱਥੋਂ ਤੱਕ ਕਿ ਅੰਨ ਹੀ ਛੱਡਿਆ ਹੋਇਆ, ਤੇ ਇੰਜ ਪ੍ਰਭੂ ਦੇ ਸਿਮਰਨ ਤਾਂ ਰਸ ਨਹੀਂ ਮਿਲ ਸਕਦਾ। ਸਿਮਰਨ ਨੂੰ ਛੱਡ ਕੇ, ਤਿਆਗ ਕੇ, ਉਸ ਨੂੰ ਹੋਰ ਕੰਮ ਦੱਸੋ ਕਿਹੜਾ ਚੰਗਾ ਲੱਗ ਸਕਦਾ ਹੈ। ਉਹ ਜੀਵਨ ਦਾ ਰਸ ਹੀ ਗਵਾ ਲੈਂਦਾ ਹੈ। ਬਹੁ ਦੁੱਖ ਪਾਇਆ ਦੂਜਾ ਭਾਇਆ। ਉਸਨੇ ਆਪਣੀ ਜ਼ਿੰਦਗੀ ਵਿੱਚ ਸਦਾ ਦੁੱਖ ਹੀ ਪਾਈ ਰੱਖਿਆ ਅਤੇ ਸਦਾ ਦੁੱਖ ਹੀ ਸਹਾਰਦਾ ਰਹਿੰਦਾ ਹੈ। ਬਸਤਰ ਨ ਪਹਿਰੇ ਐਨਸ ਕਹਿਰੇ। ਇੰਜ ਭਾਈ ਕੋਈ ਬਸਤਰਾਂ ਦਾ ਤਿਆਗੀ ਹੋ ਜਾਂਦਾ, ਕੱਪੜੇ ਨਹੀਂ ਪਹਿਨਦਾ, ਨੰਗਾ ਹੀ ਘੁੰਮਦਾ, ਜਿਹਨੂੰ ਸੰਨਿਆਸੀ ਵੀ ਕਹਿੰਦੇ ਨੇ। ਤੇ ਦਿਨ ਰਾਤ ਐਨਸ ਕਹਿਰੇ, ਰਾਤ ਦਿਨ ਸਰੀਰ ਦੇ ਉੱਤੇ ਕਹਿਰ ਕਰਦਾ, ਦੁੱਖ ਹੀ ਦਿੰਦਾ ਰਹਿੰਦਾ। ਮੌਨ ਵਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ। ਮਹਾਰਾਜ ਕਹਿੰਦੇ, ਇੰਜ ਕੋਈ ਮਨੁੱਖ ਇਕੱਲਾ ਜਾ ਕੇ ਜੰਗਲ ਵਿੱਚ ਬੈਠ ਗਿਆ ਤੇ ਉਸਨੇ ਬੋਲਣਾ ਵੀ ਛੱਡ ਦਿੱਤਾ, ਕਿਸੇ ਨਾਲ ਬੋਲਦਾ ਨਹੀਂ, ਮੌਨੀ ਹੋ ਗਿਆ, ਚੁੱਪ ਵੱਟ ਗਿਆ ਸੰਸਾਰ ਵੱਲੋਂ। ਸਾਹਿਬ ਕਹਿੰਦੇ ਮੌਨ ਵਿਗੁੱਤਾ, ਕਿਰਾਏ ਪਿਆ ਹੋਇਆ, ਇਸਨੂੰ ਇਹ ਪਤਾ ਨਹੀਂ ਮੂੰਹੋਂ ਕਿ ਬੋਲਣ ਬੋਲੀਆ। ਜਿਤ ਸੁਣ ਧਰੇ ਪਿਆਰ। ਫਿਰ ਦੱਸੋ ਭਲਾ, ਇਹ ਅਗਿਆਨਤਾ ਦੀ ਜੜਤਾ ਦੀ ਨੀਂਦ ਵਿੱਚ ਸੁੱਤਾ ਹੋਇਆ ਮਨੁੱਖ ਕਿਵੇਂ ਜਾਗੇਗਾ? ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਨਾਂ ਇਹ ਕਿਵੇਂ ਜਾਗ ਸਕਦਾ ਹੈ? ਪੱਗ ਪਤਾਣਾ ਆਪਣਾ ਕੀਆ ਕਮਾਉਣਾ। ਤਿਵੇਂ ਮਾਨੋ ਕਿ ਇਸ ਨੇ ਪੈਰਾਂ ਤੋਂ ਨੰਗੇ ਰਹਿਣਾ। ਪੱਗ ਪੈਰ ਉਹ ਪਤਾਣਾ ਜੁੱਤੀ ਉਤਾਰ ਦਿੱਤੀ ਤੇ ਨੰਗੇ ਰਹਿਣ ਨੂੰ ਇਹਨੇ ਧਰਮ ਬਣਾ ਲਿਆ ਹੈ। ਆਪਣਾ ਕੀਆ ਕਮਾਉਣਾ, ਇੰਝ ਆਪਣੇ ਕੀਤੀ ਹੋਈ ਭੁੱਲਦਾ ਦੁੱਖ ਸਹਿ ਰਿਹਾ, ਪੈਰਾਂ ਵਿੱਚ ਕੰਡੇ ਵੱਜਦੇ ਨੇ, ਸਰਦੀ ਗਰਮੀ ਸਹਾਰ ਰਿਹਾ, ਪਰ ਇਹਦੇ ਨਾਲ ਰੱਬੀ ਦਰਗਾਹ ਵਿੱਚ ਦੁੱਖ ਪੀੜਾ ਜਾਂ ਅਗਿਆਨਤਾ ਵਿੱਚ ਕੀਤੇ ਹੋਏ ਕਰਮਾਂ ਦਾ ਕੋਈ ਅਸਰ ਨਹੀਂ ਹੁੰਦਾ ਹੈ। ਅਲਮਲ ਖਾਈ ਸਿਰ ਛਾਈ ਪਾਈ। ਤਿਵੇਂ ਚੰਗਾ ਭੋਜਨ, ਪਵਿੱਤਰ ਭੋਜਨ ਵੀ ਇਸ ਨੇ ਤਿਆਗ ਦਿੱਤਾ ਹੈ ਅਤੇ ਜੂਠਾ ਮਿੱਠਾ ਆਦਿਕ ਇਹ ਭੋਜਨ ਖਾਣ ਦਾ ਆਦੀ ਹੋ ਗਿਆ, ਤੇ ਇੰਜ ਗੰਦਾ ਮੰਦਾ ਭੋਜਨ ਖਾਂਦਾ ਹੈ ਅਤੇ ਸਿਰ ਦੇ ਵਿੱਚ ਛਾਈ ਪਾਈ, ਸਵਾਹ ਪਾ ਰੱਖਦਾ ਹੈ। ਮੂਰਖ ਅੰਧੈ ਪਤ ਗਵਾਈ। ਅਗਿਆਨੀ ਮੂਰਖ ਨੇ ਇਸ ਢੰਗ ਦੇ ਨਾਲ ਭਾਈ ਜਿਹੜੀ ਬਣੀ ਹੋਈ ਥੋੜ੍ਹੀ ਬਹੁਤੀ ਇੱਜ਼ਤ ਸੀ ਉਹ ਵੀ ਗਵਾ ਲਈ ਹੈ। ਵਿਣ ਨਾਮੈ ਕਿਛ ਥਾਏ ਨ ਪਾਈ। ਸਤਿਗੁਰੂ ਜੀ ਗੁਰਮਤਿ ਦਾ ਤੱਤ ਨਿਰਣਾ ਸਾਡੇ ਸਾਹਮਣੇ ਰੱਖਦੇ ਨੇ। ਮਹਾਰਾਜ ਕਹਿੰਦੇ, ਇੱਕ ਪ੍ਰਭੂ ਦੇ ਨਾਮ ਤੋਂ ਬਿਨਾਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੋਈ ਵੀ ਕੀਤਾ ਹੋਇਆ ਕਰਮ ਕਾਂਡ ਜਾਂ ਉਦਮ ਪ੍ਰਵਾਨ ਨਹੀਂ ਹੈ। ਰਹੇ ਬੇਬਾਣੀ
ਮੜੀ ਮਸਾਣੀ। ਤਿਵੇਂ ਮਾਨੋ ਕਿਧਰੇ ਇਹ ਬੇਬਾਣੀ ਜੰਗਲਾਂ ਦੇ ਵਿੱਚ ਤੇ ਮੜੀਆਂ ਮਸਾਣਾਂ ਨੂੰ ਇਸਨੇ ਟਿਕਾਣਾ ਬਣਾ ਲਿਆ ਤੇ ਇੱਥੇ ਹੀ ਰੱਬ ਦੀ ਪ੍ਰਾਪਤੀ ਸਮਝੀ ਬੈਠਾ ਹੈ। ਅੰਧ ਨ ਜਾਣੇ ਸਿਰ ਪਛਤਾਣੀ, ਪਰ ਅੰਨਾ ਮੂਰਖ ਰੱਬ ਵਾਲਾ ਰਸਤਾ ਨਹੀਂ ਸਮਝਦਾ। ਇਸ ਨੇ ਰੱਬ ਵਾਲਾ ਰਸਤਾ ਤੇ ਤਿਆਗ ਦਿੱਤਾ। ਜਦੋਂ ਇਹ ਸਭ ਕੁਝ ਕਰਨ ਦੇ ਬਾਵਜੂਦ ਕੁਛ ਹੱਥ ਪੱਲੇ ਨਹੀਂ ਪੈਂਦਾ ਤੇ ਫਿਰ ਪਛਤਾਤਾਪ ਕਰਦਾ, ਪਛਤਾਉਣ ਲੱਗ ਜਾਂਦਾ ਹੈ। ਸਤਿਗੁਰੂ ਭੇਟੇ ਸੋ ਸੁਖ ਪਾਏ। ਇੰਝ ਭਾਈ ਜਿਸ ਮਨੁੱਖ ਨੂੰ ਵੀ ਗੁਰੂ ਮਿਲ ਪੈਂਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ, ਉਹੀ ਮਨੁੱਖ ਆਤਮਿਕ ਆਨੰਦ ਦੇ ਸੁੱਖ ਨੂੰ ਲੱਭ ਲੈਂਦਾ, ਮਾਣ ਲੈਂਦਾ ਹੈ। ਹਰ ਕਾ ਨਾਮ ਮਨ ਵਸਾਏ। ਉਹ ਗੁਰਮੁਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਜਪਣ ਲੱਗ ਜਾਂਦਾ ਹੈ। ਨਾਨਕ ਨਦਰ ਕਰੇ ਸੋ ਪਾਏ। ਤਾਂ ਸਾਹਿਬ ਕਹਿੰਦੇ ਨੇ, ਇਹ ਨਾਨਕ ਗੁਰੂ ਵੀ ਉਸੇ ਨੂੰ ਮਿਲਦਾ, ਗੁਰੂ ਦੀ ਸ਼ਰਨ ਵਿੱਚ ਵੀ ਉਹੀ ਪੈਂਦਾ ਹੈ ਜਿਸ ਉੱਤੇ ਵਾਹਿਗੁਰੂ ਦਾ ਤਾਰ ਪਰਮਾਤਮਾ ਦੀ ਨਜ਼ਰ ਸਵਾਲੀ ਹੁੰਦੀ ਹੈ। ਜੋ ਮਿਹਰ ਕਰਦਾ ਜਿਸ 'ਤੇ, ਉਹੀ ਗੁਰੂ ਦੀ ਸ਼ਰਨ ਪ੍ਰਾਪਤ ਕਰ ਸਕਦਾ ਹੈ। ਆਸ ਅੰਦੇਸੇ ਤੇ ਨਿਹ ਕੇ ਆਸ ਅੰਦੇਸੇ ਤੇ ਨਿਹ ਕੇਵਲ ਹਉਮੈ ਸ਼ਬਦ ਜਲਾਏ। ਉਸ ਸੰਸਾਰ ਦੀਆਂ ਆਸਾਂ ਤੇ ਫਿਕਰਾਂ ਤੋਂ ਨਿਰਲੇਪ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦਿੰਦਾ ਹੈ, ਉਸ ਨੂੰ ਸਮਝ ਆ ਜਾਂਦੀ ਹੈ। ਆਸ ਅੰਦੇਸੇ ਤੇ ਨਿਹ ਕੇਵਲ ਹਉਮੈ ਸ਼ਬਦ ਜਲਾਏ। ਮਹਾਰਾਜ ਕਹਿੰਦੇ, ਜਿੱਥੇ ਹੰਗਤਾ ਨਹੀਂ, ਹਉਮੈ ਨਹੀਂ, ਉਹ ਕੀਤਾ ਹੋਇਆ ਧਰਮ ਦਾ ਕਰਮ ਵੀ ਵਾਹਿਗੁਰੂ ਪਰਮਾਤਮਾ ਜੀ ਪ੍ਰਵਾਨ ਕਰ ਲੈਂਦੇ ਨੇ। ਉਹਦੀ ਦਰ ਦੇ ਉੱਤੇ ਉਹ ਹਰ ਕਰਮ ਪ੍ਰਵਾਨ ਚੜ੍ਹ ਜਾਂਦਾ ਹੈ ਜਿਹਦੇ ਵਿੱਚ ਹੰਗਤਾ ਦੀ ਮੈਲ ਨਹੀਂ ਹੈ। ਨਹੀਂ ਤੇ ਸਾਹਿਬ ਮਹਾਰਾਜ ਦੇ ਬਚਨ ਨੇ ਕਿ ਜਗ ਹਉਮੈ ਮੈਲ ਦੁਖ ਪਾਇਆ, ਮਲ ਲਾਗੀ ਦੂਜੇ ਪਾਏ। ਮਲ ਹਉਮੈ ਧੋਤੀ, ਇਵੇਂ ਨਾ ਉਤਰੈ ਜੇ 100 ਤੀਰਥ ਨਹਾਏ। ਇਸ ਲਈ ਮਹਾਰਾਜ ਪਾਤਸ਼ਾਹ ਜੀ ਨੇ ਇੱਥੇ ਵਿਦਿਆ ਦਾ ਜਾਂ ਧਰਮ ਸਥਾਨਾਂ ਦਾ ਖੰਡਨ ਨਹੀਂ ਕੀਤਾ, ਪਰ ਧਰਮ ਸਥਾਨਾਂ ਤੋਂ ਤਾਂ ਗਿਆਨ ਪ੍ਰਾਪਤ ਕਰਨਾ ਸੀ, ਵਿਦਿਆ ਤੋਂ ਜੀਵਨ ਦੀ ਵਿਧੀ ਪ੍ਰਾਪਤ ਕਰਨੀ ਸੀ। ਪਰ ਸਾਹਿਬ ਕਹਿੰਦੇ ਨੇ, ਇਹ ਤਾਂ ਪੜ੍ਹ ਕੇ ਵੀ ਹੰਕਾਰੀ ਬਣ ਗਿਆ, ਤੀਰਥਾਂ 'ਤੇ ਹੰਕਾਰ ਸਿਰਜ ਬੈਠਾ ਹੈ। ਪੜ੍ਹਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ। ਮਹਾਰਾਜ ਪਾਤਸ਼ਾਹ ਦਾ ਬਚਨ ਹੈ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਦਿਆ ਤੇ ਪਰ ਉਪਕਾਰ ਹੀ ਸਿਰਜਦੀ ਹੈ, ਪਰ ਉਪਕਾਰੀ ਕਰਦੀ ਹੈ। ਮੰਦਾ ਕਿਸੇ ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ। ਮੂਰਖ ਹੈ ਨਾਲ ਨਾ ਰੁੱਝੀਐ। ਇਸ ਲਈ ਭਾਈ ਵਿਦਿਆ ਦਾ ਮਾਨ, ਸਾਹਿਬ ਜੀ ਕਹਿੰਦੇ, ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ, ਕਭੇ ਨਾ ਪਾਵੈ ਮਾਨ। ਇਸ ਲਈ ਭਾਈ ਵਿਦਿਆ ਦੇ ਹੰਕਾਰੀ ਬਣ ਕੇ ਮਨੁੱਖ ਕਦੇ ਵੀ ਸਭਾ ਦੇ ਵਿੱਚ, ਵਾਹਿਗੁਰੂ ਦੀ ਬਾਰਗਾਹ ਦੇ ਵਿੱਚ ਕਦੇ ਵੀ ਮਾਨ ਸਨਮਾਨ ਨਹੀਂ ਪ੍ਰਾਪਤ ਕਰ ਸਕਦੇ। ਅਕਲੀ ਇਹ ਨਾ ਆਖੀਏ, ਅਕਲ ਗਵਾਈਏ ਬਾਦ। ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ। ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੈ ਦਾਨ। ਨਾਨਕ ਆਖੇ ਰਾਹ ਇਹ, ਹੋਰ ਗੱਲਾਂ ਸ਼ੈਤਾਨ। ਸਤਿਗੁਰੂ ਜੀ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਸੋ ਸਤਿਗੁਰੂ ਜੀ ਨੇ ਆਪਣੀ ਰਹਿਮਤ ਆਪ ਕਰਕੇ ਜੋ ਵਿਚਾਰ ਬਖਸ਼ੀ ਸੀ, ਉਸ ਤੁਸ਼ ਬੁੱਧੀ ਦੇ ਅਨੁਸਾਰ ਅਸਾਂ ਨੇ ਸ਼ਬਦ ਦੀ ਵਿਚਾਰ ਕੀਤੀ ਹੈ। ਸਾਰੇ ਗੁਰਮੁਖ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਦਾਸ ਮਨਜੀਤ ਸਿੰਘ, ਗੁਰੂ ਕੀ ਬਡਾਲੀ, ਪ੍ਰਚਾਰਕ ਚੇਤਨਾ ਸਥਾਨ ਦੇ ਸਾਰੇ ਗੁਰਮੁਖਾਂ ਨੂੰ ਗੁਰ ਫਤਿਹ ਪ੍ਰਵਾਨ ਹੋਵੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।